You are listening Australia's number one Radio Hanji। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM ਤੇ ਮੈਂ ਤੁਹਾਡੀ ਦੋਸਤ ਜਾਸਮਨ। ਪ੍ਰੋਗਰਾਮ ਚੱਲ ਰਿਹਾ ਏ ਨੋਟਬੁੱਕ ਤੇ ਵੇਲਾ ਹੋ ਗਿਆ ਏ ਇੱਕ ਵਕਫੇ ਦਾ। ਅੱਜ ਦਾ ਵਕਫਾ, ਅੱਜ ਦੀ ਕਹਾਣੀ ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਕਹਾਣੀ ਦਾ ਇੱਕ ਵਰਕਾ। ਫੌਜੀ ਕਪਤਾਨ ਅੱਜ ਬੜਾ ਖੁਸ਼ ਸੀ। ਉਹ 6 ਮਹੀਨੇ ਪਿੱਛੋਂ ਲਾਮ ਤੋਂ ਮੁੜ ਰਿਹਾ ਸੀ ਤੇ ਚਾਉ ਦੇ ਮਾਰੇ ਉਸਦੇ ਪੈਰ ਧਰਤੀ ਤੇ ਨਹੀਂ ਸਨ ਲੱਗਦੇ, ਕਿਉਂਕਿ ਅੱਜ ਜਾਂ ਵੀ ਪਹਿਲਾਂ ਉਹ ਆਪਣੇ ਪੁਰਾਣੇ ਰਿਸ਼ਤੇਦਾਰ ਤੇ ਹੋਣ ਵਾਲੇ ਸਹੁਰਿਆਂ ਦੇ ਘਰ ਜਾ ਰਿਹਾ ਸੀ। ਅੱਜ ਉਸਦਾ ਆਪ ਮੁਹਾਰੇ ਹੱਸਣ ਨੂੰ ਦਿਲ ਕਰੀ ਜਾ ਰਿਹਾ ਸੀ। ਉਹ ਨਿੱਕੀ ਨਿੱਕੀ ਗੱਲ ਤੇ ਖਿੜ ਕੇ ਹੱਸ ਪੈਂਦਾ। ਗੱਡੀ ਵਿੱਚ ਆਏ ਮੰਗਤੇ ਨੂੰ ਵੀ ਉਸਨੇ ਅੱਗੇ ਵਾਂਗ ਝਿੜਕਿਆ ਨਾ, ਸਗੋਂ 2 ਆਨੇ ਦੇ ਦਿੱਤੇ। ਕੁੱਲੀ ਨੂੰ ਵੀ ਅੱਜ ਉਸਨੂੰ ਮਜੂਰੀ ਨਾਲ ਖੁਸ਼ ਕਰ ਦਿੱਤਾ ਸੀ ਤੇ ਫਿਰ ਸੋਹਣੇ ਜਿਹੇ ਘੋੜੇ ਵਾਲਾ ਟਾਂਗਾ ਲੈ ਕੇ ਉਹ ਸਹੁਰੇ ਘਰ ਪਹੁੰਚ ਗਿਆ ਸੀ। ਸਭ ਮਿਲੇ ਤੇ ਸੁੱਖ ਸਾਂਦ ਪੁੱਛੀ, ਪਰ ਉਹ ਸ਼ਕਲ ਉਸਨੂੰ ਕਿਧਰੇ ਨਾ ਦਿਸੀ ਜਿਸ ਨੂੰ ਵੇਖਣ ਲਈ ਉਹ ਬਹੁਤ ਉਤਾਵਲਾ ਸੀ। ਉਸ ਬਾਬਤ ਕਿਸੇ ਨੇ ਕੋਈ ਗੱਲ ਨਾ ਛੇੜੀ ਜਿਸ ਬਾਬਤ ਉਹ ਬਹੁਤ ਕੁਝ ਸੁਣਨਾ ਚਾਹੁੰਦਾ ਸੀ। ਆਖਿਰ ਰਾਤ ਹੋਣ ਤੇ ਉਸਨੇ ਆਪ ਹੀ ਪੁੱਛ ਲਿਆ, ਮਾਂ ਜੀ, ਮੋਣੀ ਕਿਤੇ ਗਈ ਏ? ਮਾਂ ਦੀਆਂ ਬੁੱਢੀਆਂ ਅੱਖਾਂ ਵਿੱਚ ਵੀ ਸ਼ਰਾਰਤਾਂ ਦੀ ਹਾਸੀ ਆ ਗਈ ਤੇ ਬੋਲੀ, ਮੋਣੀ ਮੁੰਬਈ ਗਈ ਹੋਈ ਏ, ਕਿਉਂਕਿ ਸਾਡਾ ਇੱਕ ਰਿਸ਼ਤੇਦਾਰ ਹੁਣੇ ਵਲੈਤੋਂ ਆਇਆ ਹੋਇਆ ਏ ਤੇ ਮੋਣੀ ਹੋਰਨਾਂ ਮੁਲਕਾਂ ਬਾਬਤ ਜਾਣਨ ਦੀ ਬੜੀ ਸ਼ੌਕੀਨ ਏ। ਫੌਜੀ ਕਪਤਾਨ ਦਾ ਸਾਰਾ ਚਾਉ ਕਿਰਕਿਰਾ ਹੋ ਗਿਆ। ਪਤਾ ਨਹੀਂ ਕਿਉਂ ਉਸਦੇ ਮੱਥੇ ਤੇ ਇੱਕ ਤਿਉੜੀ ਜਿਹੀ ਪੈ ਗਈ। ਉਸਦਾ ਦਿਲ ਕਾਲਾ ਜਿਹਾ ਪਿਆ ਰਿਹਾ ਤੇ ਉਹ ਥੋੜਾ ਮੋਟਾ ਖਾਣਾ ਖਾ ਕੇ ਥੱਕੇ ਹੋਣ ਦਾ ਬਹਾਨਾ ਕਰਕੇ ਬਿਸਤਰ ਤੇ ਪੈ ਗਿਆ। ਉਸਦਾ ਬਿਸਤਰਾ ਮੋਹਣੀ ਦੇ ਕਮਰੇ ਵਿੱਚ ਲਾਇਆ ਗਿਆ ਸੀ। ਸਾਹਮਣੇ ਮੇਜ਼ ਤੇ ਮੋਹਣੀ ਦੀਆਂ ਖਿਲਰੀਆਂ ਕਿਤਾਬਾਂ ਕੋਲ ਉਸਦੀ ਫੋਟੋ ਟੰਗੀ ਪਈ ਸੀ। ਖੂੰਟੀਆਂ ਤੇ ਉਸਦੇ ਕਈ ਕਮੀਜ਼ ਸਲਵਾਰਾਂ ਲਟਕ ਰਹੀਆਂ ਸਨ। ਕੰਧਾਂ ਤੇ 2-3 ਹੱਥਾਂ ਨਾਲ ਬਣਾਈਆਂ ਹੋਈਆਂ ਸੀਨਰੀਆਂ ਲੱਗੀਆਂ ਹੋਈਆਂ ਸਨ। ਉਸਨੂੰ ਬਿਸਤਰੇ ਤੇ ਪਿਆ ਹੀ ਬਾਰੀ ਵਿੱਚੋਂ ਚੰਦ ਤਾਰੇ ਦਿਸ ਰਹੇ ਸਨ। ਉਹ ਸੋਚਣ ਲੱਗਿਆ, ਇੱਥੇ ਹੀ ਰੋਜ਼ ਮੋਣੀ ਸੌਂਦੀ ਹੋਵੇਗੀ। ਇਸ ਬਾਰੀ ਵਿੱਚੋਂ ਹੀ ਉਸਨੂੰ ਉੱਡਦੀਆਂ ਕੂੰਜਾਂ, ਤੁਰਦਾ ਚੰਦ, ਡੁਬਕਦੇ ਤਾਰੇ, ਭੌਂਦੇ ਬੱਦਲਾਂ ਤੇ ਨੀਲਾ ਆਸਮਾਨ ਦਿਸਦਾ ਹੋਵੇਗਾ। ਇਸ ਬਾਰੀ ਵਿੱਚੋਂ ਹੀ ਚੋਰੀਓਂ ਸੂਰਜ ਉਹਦੇ ਸੋਹਣੇ ਮੂੰਹ ਵੱਲ ਝਾਕਦਾ ਹੋਵੇਗਾ ਤੇ ਇੱਥੋਂ ਹੀ ਧੁੱਪ ਆ ਕੇ ਉਸਨੂੰ ਛੇੜਦੀ ਹੋਵੇਗੀ। ਉਸਦਾ ਕਮਰੇ ਦੀ ਇੱਕ ਚੀਜ਼ ਛੋਹਣ ਨੂੰ ਜੀ ਕੀਤਾ। ਉਸਨੇ ਮੋਹਣੀ ਦੇ ਕੱਪੜਿਆਂ ਉੱਪਰ ਹੱਥ ਫੇਰਿਆ, ਤਸਵੀਰ ਸਾਫ਼ ਕੀਤੀ, ਫਿਰ ਕਹਿਣ ਲੱਗਾ, ਮੋਹਣੀ, ਤੈਨੂੰ ਪਤਾ ਨਹੀਂ ਸੀ ਕਿ ਮੈਂ ਆ ਰਿਹਾ ਹਾਂ? ਤੂੰ ਕਿਉਂ ਕਿਤੇ ਚਲੀ ਗਈ? ਉਹ ਮੋਹਣੀ ਦੀਆਂ ਕਿਤਾਬਾਂ ਫੋਲ ਹੀ ਰਿਹਾ ਸੀ ਕਿ ਇੱਕ ਕਾਗਜ਼ ਨੇ ਉਹਦਾ ਧਿਆਨ ਖਿੱਚ ਲਿਆ, ਜਿਸ ਉੱਤੇ ਲਿਖਿਆ ਸੀ, ਰਾਜਨ, ਤੇਰਾ ਪਿਆਰ ਮੈਨੂੰ ਬਗਾਵਤ ਕਰਨ ਲਈ ਵੰਗਾਰਦਾ ਏ। ਦਿਲ ਚਾਹੁੰਦਾ ਏ ਸਭ ਰੁਕਾਵਟਾਂ ਭੰਨ ਕੇ, ਬੰਧਨ ਤੋੜ ਕੇ ਤੇਰੇ ਤੀਕ ਪਹੁੰਚ ਜਾਵਾਂ, ਪਰ ਤੇਰੇ ਤੀਕ ਪਹੁੰਚਣ ਤੋਂ ਪਹਿਲਾਂ ਮੈਨੂੰ ਆਪਣੇ ਮਾਂ-ਬਾਪ ਦੀ ਮਰਜ਼ੀ, ਕੁਲ ਦੀ ਇੱਜ਼ਤ ਤੇ ਰਸਮਾਂ ਰਿਵਾਜਾਂ ਦੀ ਲਾਸ਼ ਦੇ ਉੱਪਰੋਂ ਲੰਘਣਾ ਪਵੇਗਾ ਤੇ ਮੈਥੋਂ ਹੋ ਨਹੀਂ ਸਕਣਾ। ਲਾਸ਼ਾਂ ਦੇ ਡਰਾਉਣੇ ਮੂੰਹ ਮੈਥੋਂ ਤੱਕੇ ਨਹੀਂ ਜਾਣੇ। ਚਲੋ ਲੰਘ ਲੈਣ ਦਿਓ ਇਹਨਾਂ ਸਭਨਾਂ ਨੂੰ ਮੇਰੀ ਲਾਸ਼ ਦੇ ਉੱਪਰੋਂ ਦੀ ਹੀ। ਫੌਜੀ ਕਪਤਾਨ, ਜਿਸ ਦੇ ਹੱਥ ਵਰਦੀਆਂ ਗੋਲੀਆਂ ਸਾਹਮਣੇ ਨਹੀਂ ਸਨ ਕੰਬੇ, ਉਸਦਾ ਦਿਲ ਮੌਤ ਭਵਨ ਵਿੱਚ ਵੀ ਕਦੇ ਨਹੀਂ ਸੀ ਘਬਰਾਇਆ ਤੇ ਜਿਸ ਦਾ ਸਾਹ ਕਦੇ ਦੁਸ਼ਮਣਾਂ ਸਾਹਮਣੇ ਵੀ ਨਹੀਂ ਸੀ ਫੁੱਲਿਆ, ਅੱਜ ਇਸ ਵੇਲੇ ਉਸਦੇ ਹੱਥ ਕੰਬ ਰਹੇ ਸਨ
ਤੇ ਹੱਥਾਂ ਵਿੱਚ ਕਾਗਜ਼ ਦਾ ਟੁਕੜਾ ਕੰਬ ਰਿਹਾ ਸੀ। ਕਾਗਜ਼ ਤੇ ਬਣੀ ਮੋਹਣੀ ਦੀ ਤਸਵੀਰ ਕੰਬ ਰਹੀ ਸੀ। ਦਿਲ ਵੀ ਘਬਰਾ ਰਿਹਾ ਸੀ, ਸਾਹ ਵੀ ਫੁੱਲਿਆ ਹੋਇਆ ਸੀ। ਉਸਨੇ ਲਿਖਤ ਫਿਰ ਪੜ੍ਹੀ, ਫਿਰ ਜਾਂਚੀ। ਠੀਕ ਮੋਹਣੀ ਦੀ ਹੀ ਸੀ। ਉਹ ਰੋਣ ਹਾਕਾ ਹੋ ਗਿਆ ਤੇ ਸੋਚਣ ਲੱਗਿਆ, ਹੈ ਇਹ ਰਾਜਨ ਕੌਣ ਏ? ਮੋਹਣੀ ਉਸ ਕੋਲ ਕਿਉਂ ਪਹੁੰਚਣਾ ਚਾਹੁੰਦੀ ਏ? ਫੌਜੀ ਕਪਤਾਨ ਦੇ ਦਿਮਾਗ ਵਿੱਚ ਇੱਕ ਤੂਫਾਨ ਮਚ ਗਿਆ। ਇੱਕ ਹਲਚਲ ਪੈਦਾ ਹੋ ਗਈ ਤੇ ਉਸਨੇ ਕਮਰੇ ਦੀ ਬੱਤੀ ਬੁਝਾ ਦਿੱਤੀ ਤੇ ਲੰਮਾ ਪੈ ਗਿਆ। ਪਰ ਉਸਦੀ ਕਲਪਨਾ ਨੇ ਕਮਰੇ ਦੇ ਉਸ ਹਨੇਰੇ ਵਿੱਚ ਵੀ ਰਾਜਨ ਨਾਉ ਦਾ ਇੱਕ ਸੋਹਣਾ ਜਵਾਨ ਚਿੱਤਰ ਲਿਆ, ਜੋ ਕਿ ਫੌਜੀ ਕਪਤਾਨ ਦਾ ਮਖੌਲ ਉਡਾ ਰਿਹਾ ਸੀ ਤੇ ਆਖ ਰਿਹਾ ਸੀ, ਵਾਹ ਮਜਨੂ ਜੀ, ਤੁਸੀਂ ਕਿਸ ਦੇ ਫਿਕਰਾਂ ਵਿੱਚ ਪਏ ਹੋ? ਤੁਹਾਡੀ ਲੈਲਾ ਦਾ ਪ੍ਰੀਤਮ ਤਾਂ ਮੈਂ ਹਾਂ। ਉਹ ਮੈਨੂੰ ਚਾਹੁੰਦੀ ਏ। ਦੇਖ ਦੇਖ ਉਸ ਦਾ ਖਤ, ਉਹ ਮੇਰੇ ਤੱਕ ਪਹੁੰਚਣਾ ਚਾਹੁੰਦੀ ਏ। ਫੌਜੀ ਕਪਤਾਨ ਨੇ ਅੱਖਾਂ ਕੁੱਟ-ਕੁੱਟ ਮੀਚ ਲਈਆਂ, ਜਿਵੇਂ ਉਹ ਉਸਦੀ ਤਸਵੀਰ ਨੂੰ ਤੱਕ ਕੇ ਪਰੇ ਕਰਨਾ ਚਾਹੁੰਦਾ ਹੋਵੇ। ਉਸਨੇ ਸਿਰ ਨੂੰ ਛੰਡਿਆ, ਜਿਵੇਂ ਕਿਸੇ ਅਸਲੀਅਤ ਤੋਂ ਦੂਰ ਭੱਜਣਾ ਚਾਹੁੰਦਾ ਹੋਵੇ। ਪਰ ਫਿਰ ਉਹ ਤਸਵੀਰ ਸਾਹਮਣੇ ਆ ਗਈ ਤੇ ਇੱਕ ਵਾਰ ਫਿਰ ਇਸ ਵਾਰ ਮੋਹਣੀ ਵੀ ਉਸਦੇ ਨਾਲ ਸੀ। ਮੋਹਣੀ ਉਸ ਰਾਜਨ ਨਾਉ ਦੇ ਸੋਹਣੇ ਮੁੰਡੇ ਨਾਲ ਹੱਸਦੀ ਸੀ, ਛੇੜਦੀ ਸੀ, ਖੇਡਦੀ ਸੀ। ਫੌਜੀ ਕਪਤਾਨ ਨੇ ਮੋਹਣੀ ਨੂੰ ਬੁਲਾਉਣਾ ਚਾਹਿਆ, ਪਰ ਉਹ ਬੋਲੀ ਹੀ ਨਾ ਤੇ ਬੁੱਲ੍ਹ ਜਿਹੇ ਮਰੋੜ ਕੇ ਹੇਠੀ ਜਹੀ ਕਰਨ ਵਾਂਗ ਮੁਸਕਰਾ ਕੇ ਉਸਦੇ ਕੋਲੋਂ ਪਰੇ ਜਾ ਕੇ ਉਸ ਮੁੰਡੇ ਰਾਜਨ ਕੋਲ ਜਾ ਕੇ ਬੈਠ ਗਈ। ਫੌਜੀ ਕਪਤਾਨ ਨੇ ਦੰਦ ਕਰੀਚੇ, ਮੱਥਾ ਕੁੱਟਿਆ ਤੇ ਉਹ ਕਾਗਜ਼ ਉਸਦੀ ਮੁੱਠੀ ਵਿੱਚ ਹੀ ਨਪੇੜਿਆ ਗਿਆ। ਉਸਨੇ ਸ਼ੱਕ ਮਿਟਾਉਣ ਲਈ ਵੱਲ ਕੱਢ ਕੇ ਦੁਬਾਰਾ ਚਿੱਠੀ ਪੜ੍ਹੀ, ਪਰ ਉਹ ਲਿਖਤ ਉਹੀ ਜਾਣੀ ਪਹਿਚਾਣੀ ਸੀ। ਰਾਤ ਭਰ ਉਹ ਸੌਂ ਨਾ ਸਕਿਆ। ਉਸਨੂੰ ਹਰ ਪਾਸੇ ਰਾਜਨ ਹੀ ਰਾਜਨ ਦਿਸਦਾ ਸੀ। ਉਸਨੂੰ ਮੋਹਣੀ ਨਾਲ ਨਫ਼ਰਤ ਹੋ ਗਈ। ਉਸਨੂੰ ਮੋਹਣੀ ਤੇ ਗੁੱਸਾ ਆਇਆ। ਉਸਦਾ ਮੋਹਣੀ ਦੇ ਮੂੰਹ ਤੇ ਚਪੇੜਾ ਮਾਰਨ ਨੂੰ ਦਿਲ ਕੀਤਾ। ਉਸਨੇ ਜੇਬ ਵਿੱਚੋਂ ਕੱਢ ਕੇ ਮੋਹਣੀ ਦੀ ਫੋਟੋ ਪਾੜ ਸੁੱਟੀ। ਕਿਆਸੀ ਰਾਜਨ ਦੇ ਕੋਲ ਵੀ ਉਸਨੇ ਗੋਲੀ ਮਾਰ ਦੇਣੀ ਚਾਹੀ। ਫੌਜੀ ਕਪਤਾਨ ਦਾ ਕਾਲਜਾ ਮੱਚ ਉੱਠਦਾ ਸੀ। ਉਸਨੂੰ ਉਹ ਕਮਰਾ ਬੁਰਾ ਲੱਗਣ ਲੱਗ ਪਿਆ, ਜਿਸ ਦੀ ਹਰ ਚੀਜ਼ ਤੇ ਮੋਹਣੀ ਦੀ ਰੂਹ ਪਈ ਤਰਦੀ ਸੀ। ਉਸਨੂੰ ਮੋਹਣੀ ਦੇ ਘਰ ਦੇ ਬੁਰੇ ਲੱਗੇ ਤੇ ਉਸਨੂੰ ਉੱਥੋਂ ਤੁਰ ਜਾਣਾ ਚਾਹਿਆ, ਦੂਰ, ਬੜੀ ਦੂਰ, ਲੜਾਈ ਦੇ ਫਰੰਟ ਤੇ, ਜਿੱਥੇ ਜਾ ਕੇ ਉਹ ਗੋਲੀਆਂ ਤੋਪਾਂ ਦੀ ਸ਼ੁਕਰ ਵਿੱਚ ਮੋਹਣੀ ਨੂੰ ਭੁੱਲ ਸਕੇ। ਉਹ ਚਲਿਆ ਗਿਆ, ਪਰ ਜਿਸ ਕਿਤਾਬ ਵਿੱਚੋਂ ਉਸਨੂੰ ਚਿੱਠੀ ਮਿਲੀ ਸੀ, ਉਸ ਕਿਤਾਬ ਵਿੱਚ ਹੀ ਇੱਕ ਚਿੱਠੀ ਉਹ ਆਪ ਲਿਖ ਕੇ ਰੱਖ ਗਿਆ। ਮੋਹਣੀ, ਮੇਰੇ ਵੱਲੋਂ ਤੂੰ ਹੁਣ ਆਜ਼ਾਦ ਏ। ਮੈਨੂੰ ਹੁਣ ਤੇਰੀ ਲੋੜ ਨਹੀਂ ਰਹੀ। ਜਿਸ ਨਾਲ ਮਰਜ਼ੀ ਵਿਆਹ ਕਰਵਾ ਲਈ। ਮੈਂ ਤੇਰਾ ਰਾਜਨ ਨਹੀਂ ਬਣ ਸਕਾਂਗਾ ਤੇ ਮੇਰਾ ਵਿਆਹ ਵੀ ਛੇਤੀ ਹੀ ਕਿਸੇ ਹੋਰ ਨਾਲ ਹੋ ਰਿਹਾ ਏ। ਮੋਹਣੀ ਆਪਣੇ ਘਰ ਪਰਤ ਆਈ, ਪਰ ਜਦ ਉਸਨੂੰ ਫੌਜੀ ਕਪਤਾਨ ਰਣਬੀਰ ਦੇ ਆ ਕੇ ਮੁੜ ਜਾਣ ਦੀ ਖਬਰ ਲੱਗੀ ਤਾਂ ਬੜੀ ਉਦਾਸ ਹੋਈ। ਉਸ ਦਾ ਦਿਲ ਚੁੱਪਚਾਪ ਬੋਲੀ ਵਿੱਚ ਘਰ ਦੀ ਹਰ ਚੀਜ਼ ਤੇ ਜੀਵ ਨੂੰ ਕਹਿ ਰਿਹਾ ਸੀ, ਤੁਸੀਂ ਰਣਬੀਰ ਨੂੰ ਰੋਕ ਕਿਉਂ ਨਹੀਂ ਲਿਆ? ਤੁਸੀਂ ਉਸਨੂੰ ਜਾਣ ਕਿਉਂ ਦਿੱਤਾ? ਉਹ ਆਪਣੇ ਕਮਰੇ ਵਿੱਚ ਆਈ ਤੇ ਆਪਣੀਆਂ ਕਿਤਾਬਾਂ ਵਿੱਚੋਂ ਕਿਸੇ ਓਪਰੇ ਪੈਡ ਦੇ ਕਾਗਜ਼ ਦੇ ਉੱਭਰੇ ਕਿਨਾਰਿਆਂ ਨੇ ਉਸ ਦਾ ਧਿਆਨ ਖਿੱਚ ਲਿਆ। ਰਣਬੀਰ ਦਾ ਖਤ ਸੀ। ਪੜ੍ਹ ਲਿਆ, ਚੁੱਪ ਰਹੀ, ਸੋਚਣ ਲੱਗ ਗਈ। ਸੋਚਦੀ ਰਹੀ ਤੇ ਸੋਚਦੀ ਰਹੀ। ਆਖਿਰ ਸੋਚ ਹੀ ਲਿਆ ਕਿ ਰਣਬੀਰ ਵਰਗਾ ਬਾਂਕਾ ਤੇ ਵਧੀਆ ਜਵਾਨ ਫੌਜੀ ਜਵਾਨ ਕਿਸ ਦਾ ਧਿਆਨ ਨਹੀਂ ਖਿੱਚ ਸਕਦਾ। ਕਿਸੇ ਹੋਰ ਵਧੀਆ ਕੁੜੀ ਦੇ ਮੁਕਾਬਲੇ ਵਿੱਚ ਆ ਕੇ ਮੇਰਾ ਛੱਡਿਆ ਜਾਣਾ ਕਿੱਧਰ ਦੀ ਅਣਹੋਣੀ ਗੱਲ ਏ। ਜੇ ਇੰਦਰ ਆਪਣੀ ਪਤਨੀ ਵੱਲੋਂ ਬੇਪਰਵਾਹ ਹੋ ਕੇ ਗੌਤਮ ਦੀ ਅਹਿਲਿਆ ਵੱਲ ਖਿੱਚਿਆ ਜਾ ਸਕਦਾ ਹੈ, ਜੇ 4 ਵੇਦਾਂ ਦਾ ਜਾਣੂ ਰਾਵਣ ਸੀਤਾ ਨੂੰ ਚੁਰਾ ਸਕਦਾ ਹੈ, ਤਾਂ ਰਣਬੀਰ ਦਾ ਆਪਣੀ ਹੋਣ ਵਾਲੀ ਪਤਨੀ ਵੱਲ ਸਾਰੇ ਫਰਜ਼ ਭੁੱਲ ਕੇ ਜਾਣਾ
कोई वड्डी गल नहीं। उसनूं हुण मेरी लोड़ नहीं रही। लोड़ रहनी भी क्यों सी? मोनी दा गुस्सा संभलदा ही नहीं सी ते ओह चुपचाप खिजी खिजी ते भरी पीती रहन लग पई। कई बार उसका दिल कीता कि ओह रणबीर नूं खत लिखे ते पुछे क्यों हुण उसनूं मोनी दी लोड़ नहीं रही सी, पर उसकी अणख, उसका स्वैमान ये इजाजत नहीं सी दिंदा। उसनूं बड़ा गुस्सा चढ़िया होया सी क्योंकि उसने कोई कसूर नहीं सी कीता। उसने क्या जे उसनूं मेरी कोई लोड़ नहीं सी तां की मैं ही उसदे पिछे मरदी सी? पर उसका दिल कुरला कुरला उठता ते ओह चाहती रणबीर आ जावे ते ओह कह देवे मोनी मैं तां हसदा सां, मैनू तां तेरी ही लोड़ है, होर किसे दी नहीं। पर इस तरह ना होया। सगों उसनूं लगदा कि रणबीर किसे सोहनी कुड़ी नाल फिरदा है। उसदे कोलों दी बिना उस वल तक्किया लंघ जांदा है ते फिर लग्या जिवें रणबीर उस सोहनी कुड़ी दा दूल्हा बनिया जा रहा होवे। ओह रो पई, उसदियां भुब्बां निकल गईयां। उसने चाहया कि एक बारी रणबीर नूं मिल तां लवे, बस इक्को बारी, पर इउं भी नहीं कर सकी। भावें रणबीर ने मोनी नाल अपने सब वास्ते तोड़ लए सन, पर वह अजे भी सख्त बेचैन सी। वह कुरला के आखदा मोनी अजे भी परतिया मेरियां अखां वल तक, भोलिया उस राजन नूं। मोहनी कह दे ओह खत तेरा नहीं सी, कह दे मोनी, तू कह दे कि तू सिर्फ मेरी है, सिर्फ मेरी। रणबीर ने मोहनी नूं एक बारी मिलना चाहया, उसदियां अखां विच तकना चाहया, पर छेती ही मोनी दा खत आ गया। रणबीर जम जम ब्याह करो, मैनू कोई गिला नहीं, तुहानू लोड़ नहीं रही, चंगी गल है। ਇਹ ਮੋਣੀ ਦਾ ਆਖਰੀ ਖਤ ਸੀ। ਰਣਬੀਰ ਨੂੰ ਯਕੀਨ ਹੋ ਗਿਆ ਕਿ ਮੋਣੀ ਸੱਚ ਵਿੱਚ ਹੀ ਕਿਸੇ ਹੋਰ ਨੂੰ ਚਾਹੁੰਦੀ ਹੈ ਤੇ ਉਹ ਵੀ ਇਹ ਦਿਖਾਵਾ ਕਰਨਾ ਚਾਹੁੰਦੀ ਸੀ ਕਿ ਉਸਨੂੰ ਵੀ ਮੋਣੀ ਕੱਖ ਪਰਵਾਹ ਨਹੀਂ। ਇਹ ਦੱਸਣ ਲਈ ਉਹ ਕਈ ਵਾਰ ਮੋਹਣੀ ਦੇ ਸ਼ਹਿਰ ਆਉਂਦਾ, ਲੋਕਾਂ ਨਾਲ ਹੱਸ-ਹੱਸ ਮਿਲਦਾ, ਆਕੜ ਕੇ ਤੁਰਦਾ ਤੇ ਮੋਣੀ ਵੱਲ ਅੱਖ ਉਠਾ ਕੇ ਵੀ ਨਾ ਦੇਖਦਾ। ਤੇ ਆਖਿਰ ਉਸਨੇ ਵਿਆਹ ਵੀ ਕਰਾ ਲਿਆ, ਵਹੁਟੀ ਵੀ ਆ ਗਈ, ਪਰ ਉਸਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਸਿਰਫ ਮੋਹਣੀ ਨੂੰ ਚੁੜਾਉਣ ਲਈ ਸਭ ਕੁਝ ਕਰ ਰਿਹਾ ਸੀ। ਉਸੇ ਦਿਨ ਉਸਨੂੰ ਇੱਕ ਪਾਰਸਲ ਮਿਲਿਆ, ਵਿਆਹ ਤੇ ਮੋਹਣੀ ਵੱਲੋਂ ਭੇਜਿਆ ਇੱਕ ਤੋਹਫਾ ਸੀ। ਕੰਬਦੇ ਹੱਥਾਂ ਨਾਲ ਖੋਲ੍ਹਿਆ, ਇੱਕ ਕਾਪੀ ਸੀ, ਮੋਹਣੀ ਦੀਆਂ ਆਪ ਲਿਖੀਆਂ ਕਹਾਣੀਆਂ ਦੀ। ਕਾਪੀ ਦੇ ਪਹਿਲੇ ਹੀ ਸਫ਼ੇ ਤੇ ਇੱਕ ਬੁਝੇ ਹੋਏ ਦੀਵੇ ਦੀ ਤਸਵੀਰ ਸੀ, ਜਿਸ ਦੀ ਬੱਤੀ ਵਿੱਚੋਂ ਉੱਠਦਾ ਧੂੰਆਂ ਸਾਰੇ ਫੈਲ ਰਿਹਾ ਸੀ। ਉਸਨੇ ਕਾਪੀ ਸੀਨੇ ਨਾਲ ਕੁੱਟ ਕੇ ਲਾ ਲਈ। ਦੂਰ ਕਿਤੇ ਕੱਲ ਵਿੱਚ ਬੈਠ ਕੇ ਉਹ ਪੜ੍ਹਨ ਲੱਗਾ। ਪੜ੍ਹਦਾ ਪੜ੍ਹਦਾ ਇੱਕ ਝਟਕੇ ਨਾਲ ਉਹ ਰੁਕਿਆ, ਜਿਵੇਂ ਕਿਸੇ ਤੇਜ਼ ਦੌੜਦੀ ਗੱਡੀ ਨੂੰ ਬ੍ਰੇਕ ਲਾ ਦਿੱਤੀ ਹੋਵੇ। ਉਹ ਸਿਰ ਤੋਂ ਪੈਰਾਂ ਤੀਕ ਕੰਬ ਗਿਆ, ਕਿਉਂਕਿ ਇੱਕ ਬਗਾਵਤ ਨਾਮੀ ਕਹਾਣੀ ਵਿੱਚ ਲਿਖਿਆ ਸੀ, ਰਾਜਨ ਤੇਰਾ ਪਿਆਰ ਮੈਨੂੰ ਬਗਾਵਤ ਕਰਨ ਲਈ ਵੰਗਾਰ ਰਿਹਾ ਏ। ਚਾਹੁੰਦੀ ਹਾਂ ਕਿ ਸਾਰੀਆਂ ਰੁਕਾਵਟਾਂ ਭੰਨ ਕੇ, ਸਭ ਅਣਹੋਣੀਆਂ ਨੂੰ ਮਸਲ ਕੇ ਤੇਰੇ ਤੀਕ ਪਹੁੰਚਣ ਲਈ ਮੈਨੂੰ ਮਾਂ-ਬਾਪ ਦੀ ਮਰਜ਼ੀ, ਕੁੱਲ ਦੀ ਇੱਜ਼ਤ ਤੇ ਸਮਾਜ ਦੇ ਰਸਮੋ ਰਿਵਾਜ ਦੀ ਲਾਸ਼ ਉੱਪਰੋਂ ਲੰਘਣਾ ਪਵੇਗਾ। ਇਹ ਮੈਥੋਂ ਨਹੀਂ ਹੋ ਸਕਣਾ। ਲਾਸ਼ਾਂ ਦੇ ਡਰਾਉਣੇ ਮੂੰਹ ਮੈਥੋਂ ਦੇਖੇ ਨਹੀਂ ਜਾਣੇ। ਖੈਰ ਲੰਘ ਲੈਣ ਦਿਓ ਇਹਨਾਂ ਸਭਨਾਂ ਨੂੰ ਮੇਰੀ ਲਾਸ਼ ਉੱਪਰੋਂ ਦੀ ਹੀ। ਉਹ ਝੰਜਲਾ ਕੇ ਉੱਠਿਆ ਤੇ ਕਹਿਣ ਲੱਗਾ, ਤਾਂ ਕਿ ਉਹ ਮੋਹਣੀ ਦੀ ਇੱਕ ਕਹਾਣੀ ਦਾ ਇੱਕ ਵਰਕਾ ਸੀ। ਉਹ ਕੁਰਲਾ ਉੱਠਿਆ, ਉਹ ਚੀਕ ਪਿਆ। ਉਸਨੇ ਕਿਤੇ ਦੂਰ ਭੱਜ ਜਾਣਾ ਚਾਹਿਆ। ਉਸਦਾ ਮੋਹਣੀ ਦੇ ਗਲ ਲੱਗ ਕੇ ਰੋਣ ਨੂੰ ਦਿਲ ਕੀਤਾ। ਮੋਹਣੀ, ਮੇਰੀ ਮੋਹਣੀ, ਉਸਨੇ ਆਵਾਜ਼ਾਂ ਮਾਰੀਆਂ। ਪਰ ਹੁਣ ਤੀਕ ਮੋਹਣੀ ਉਸ ਤੋਂ ਬਹੁਤ ਦੂਰ ਜਾ ਚੁੱਕੀ ਸੀ। ਉਸਨੇ ਆਪ ਹੀ ਮੋਹਣੀ ਨੂੰ ਦੂਰ ਧਕੇਲ ਦਿੱਤਾ ਸੀ, ਇੰਨੀ ਦੂਰ ਜਿੱਥੇ ਹੁਣ ਉਸਦੇ ਆਪਣੇ ਹੱਥ ਨਹੀਂ ਸਨ ਪਹੁੰਚ ਸਕਦੇ। ਭਾਵੇਂ ਉਹ ਬੇਚੈਨ ਸੀ, ਸਖਤ ਬੇਚੈਨ, ਪਰ ਉਸਨੇ ਇਸ ਬੇਚੈਨੀ ਦਾ ਸ਼ਰੀਕ ਮੋਹਣੀ ਨੂੰ ਨਾ ਬਣਾਇਆ। ਉਸਨੇ ਸੋਚਿਆ ਕਿ ਮੋਹਣੀ ਨੂੰ ਖਬਰ ਨਹੀਂ ਹੋਣੀ ਚਾਹੀਦੀ ਕਿ ਕਹਾਣੀ ਦੇ ਇੱਕ ਵਰਕੇ ਨੇ, ਸਿਰਫ ਇੱਕ ਵਰਕੇ ਨੇ ਹੀ ਸਾਡੇ ਪਿਆਰ ਨੂੰ ਵਿਚਾਲਿਓਂ ਕੱਟ ਦਿੱਤਾ ਸੀ ਤੇ ਉਸ ਵਰਕੇ ਦੇ ਵਿਚਾਲਿਓਂ ਨਿਕਲ ਜਾਣ ਮਗਰੋਂ ਇਹ ਟੁੱਟੇ ਸਿਰੇ ਜੁੜਨ ਲਈ ਫਿਰ ਤਾਂਘਦੇ ਸਨ।
ਉਸਨੇ ਸੋਚਿਆ, ਚੰਗਾ ਹੋਵੇਗਾ ਕਿ ਉਹ ਮੈਨੂੰ ਨਫ਼ਰਤ ਹੀ ਕਰਦੀ ਰਹੇ ਤੇ ਇਸ ਨਫ਼ਰਤ ਦੇ ਸਹਾਰੇ ਉਜੜੇ ਖੰਡਰਾਂ ਤੋਂ ਤੇ ਕੋਈ ਨਵੀਂ ਬਸਤੀ ਜਾ ਕੇ ਵਸਾ ਲਵੇ। ਉਹ ਪਤੀ ਚੁਣ ਸਕੇ ਤੇ ਖੁਸ਼ ਰਹਿ ਸਕੇ। ਉਹ ਮੈਨੂੰ ਭੁੱਲ ਜਾਵੇ, ਬਸ ਉਹ ਖੁਸ਼ ਰਹਿ ਸਕੇ। ਰਣਬੀਰ ਨੇ ਖੱਤ ਲਿਖ ਦਿੱਤਾ, ਮੋਹਣੀ, ਤੇਰੀਆਂ ਕਹਾਣੀਆਂ ਚੰਗੀਆਂ ਹਨ ਪਰ ਏਡੀਆਂ ਵਧੀਆ ਨਹੀਂ। ਮੇਰੇ ਖਿਆਲ ਵਿੱਚ ਵਿਆਹ ਤੇ ਭੇਜਣ ਵਾਲਾ ਇਹ ਕੋਈ ਤੋਹਫਾ ਨਹੀਂ ਸੀ। ਅੱਛਾ, ਸ਼ੁਕਰੀਆ। ਖੱਤ ਮਿਲ ਗਿਆ। ਮੋਹਣੀ ਦਾ ਸਬਰ ਛਲਕ ਉੱਠਿਆ। ਭਾਵੇਂ ਬੜਾ ਨਿਰਾਦਰ ਭਰਿਆ ਖੱਤ ਸੀ, ਪਰ ਆਇਆ ਤਾਂ ਰਣਬੀਰ ਕੋਲੋਂ ਸੀ ਨਾ। ਉਸਨੇ ਹੱਥ ਵਿੱਚ ਕੁੱਟ ਲਿਆ। ਮੋਹਣੀ ਨੇ ਵੀ ਰਣਬੀਰ ਨੂੰ ਆਪਣੀ ਦੁਨੀਆ ਤੋਂ ਦੂਰ ਧਕੇਲ ਦੇਣਾ ਚਾਹਿਆ। ਉਹ ਉਸ ਦੀਆਂ ਸੋਚਾਂ ਕੋਲੋਂ ਵੀ ਦੂਰ ਨੱਸਣ ਲੱਗੀ। ਰਣਬੀਰ ਦਾ ਨਾਮ ਕਦੇ ਨਾ ਲੈਂਦੀ। ਉਸ ਦਾ ਵੀ ਵਿਆਹ ਹੋ ਗਿਆ, ਪਰ ਫਿਰ ਵੀ ਉਹ ਤੜਪ ਤੜਪ ਉੱਠਦੀ। ਅੱਧੀ ਅੱਧੀ ਰਾਤ ਵੇਲੇ ਸੁੰਨੀਆਂ ਥਾਵਾਂ ਵਿੱਚ ਬੇਚੈਨ ਗੇੜੇ ਕੱਟਦੀ। ਚੀਜ਼ਾਂ ਖਰੀਦਣ ਲੱਗਿਆਂ ਰਣਬੀਰ ਦੀਆਂ ਪਸੰਦਾਂ ਯਾਦ ਆ ਜਾਂਦੀਆਂ ਤੇ ਉਸਨੇ ਆਪਣੇ ਬੇਬੀ ਦਾ ਨਾਮ ਵੀ ਕਰਮਬੀਰ ਰੱਖਿਆ। ਪਰ ਆਮ ਕਰਕੇ ਉਹ ਰਣਬੀਰ ਵੱਲੋਂ ਬੇਵਾਸਤਾ ਹੀ ਰਹਿਣ ਦੀ ਕੋਸ਼ਿਸ਼ ਕਰਦੀ। ਕਿਤੇ ਟੱਕਰ ਪੈਣ ਤੇ ਵੀ ਉਹ ਉਸਦੇ ਵੱਲ ਤੱਕਣ ਦੀ ਕੋਸ਼ਿਸ਼ ਵੀ ਨਾ ਕਰਦੀ। ਰਣਬੀਰ ਦੀ ਦੁਨੀਆ ਵਿਰਾਨ ਸੀ। ਉਸ ਦੀਆਂ ਘੜੀਆਂ ਸੁੰਨੀਆਂ ਸਨ। ਉਸਦੇ ਹਾਸੇ ਬੇਰਸ। ਉਸਦਾ ਜੀਵਨ ਬੇਹਿੱਸ ਸੀ। ਹੁਣ ਉਹ ਮੋੜੀ ਦੇ ਸ਼ਹਿਰ ਆਉਂਦਾ। ਕਿਤੇ ਦੂਰ ਖੜੋ ਕੇ ਪਿਆਸੀਆਂ ਨਜ਼ਰਾਂ ਨਾਲ ਮੋਣੀ ਨੂੰ ਤੱਕ ਕੇ ਤੁਰ ਜਾਂਦਾ। ਬਾਹਰ ਖੇਡਦੇ ਉਸਦੇ ਬੇਬੀ ਨੂੰ ਸੀਨੇ ਨਾਲ ਕੁੱਟ ਲੈਂਦਾ। ਪਰ ਮੋਣੀ ਨੂੰ ਪਤਾ ਲੱਗ ਜਾਣ ਦੇ ਡਰ ਕੋਲੋਂ ਫਿਰ ਛੇਤੀ ਛੇਤੀ ਤੁਰ ਜਾਂਦਾ। ਅਚਾਨਕ ਹੀ ਇੱਕ ਦਿਨ ਰਾਤ ਵੇਲੇ ਜਦੋਂ ਗੱਡੀ ਚੜ੍ਹਿਆ ਤੇ ਸਾਹਮਣੇ ਸੈਕਿੰਡ ਕਲਾਸ ਦੇ ਡੱਬੇ ਵਿੱਚ ਇੱਕ ਸੀਟ ਤੇ ਮੋਣੀ ਸੁੱਤੀ ਪਈ ਸੀ। ਦੂਸਰੀ ਸੀਟ ਤੇ ਬੈਠਾ ਉਸਦਾ ਪਤੀ ਉਂਗਲਾ ਰਿਹਾ ਸੀ। ਜਗਦਾ ਜਗਦਾ ਰਣਬੀਰ ਡੱਬੇ ਵਿੱਚ ਚੜ੍ਹ ਗਿਆ ਤੇ ਸਾਹਮਣੀ ਸੀਟ ਤੇ ਬੈਠ ਗਿਆ। ਉਹ ਸੁੱਤੀ ਮੋਹਣੀ ਨੂੰ ਨੀਝ ਨਾਲ ਤੱਕਦਾ ਰਿਹਾ। ਉਹ ਸੁੱਤੀ ਮੋਹਣੀ ਦੇ ਸੁੱਤੇ ਬੁੱਲ੍ਹਾਂ ਵੱਲ ਝਾਕਦਾ ਰਿਹਾ। ਸੁੱਤੀ ਮੋਹਣੀ ਦੀਆਂ ਸੁੱਤੀਆਂ ਅੱਖਾਂ ਨੂੰ ਲੱਭਦਾ ਰਿਹਾ। ਚਿਰਾਂ ਤੋਂ ਹਾਬੜੀਆਂ ਨਜ਼ਰਾਂ ਮੋਹਣੀ ਦੇ ਅੰਗ ਅੰਗ ਉੱਤੇ ਫਿਰ ਰਹੀਆਂ ਸਨ। ਉਹ ਅੱਖ ਵੀ ਨਾ ਚਮਕਦਾ, ਮਤਾ ਮੋਹਣੀ ਕਿਧਰੇ ਛੁਪ ਜਾਵੇ। ਹੌਲੀ ਹੌਲੀ ਬੇਧਿਆਨੇ ਹੀ ਉਸਦੇ ਹੱਥ ਅਗਾਂਹ ਵਧੇ, ਕੰਬੇ, ਝਿਜਕੇ, ਮੁੱਠੀਆਂ ਮਿਚੀਆਂ, ਪਰ ਮੋਹਣੀ ਤੀਕ ਨਾ ਪਹੁੰਚ ਸਕੇ। ਇਹ ਜਾਗ ਪਏਗੀ, ਦਿਲ ਨੇ ਕਿਹਾ। ਮੋਹਣੀ ਨੇ ਜ਼ਰਾ ਅੱਖਾਂ ਖੋਲੀਆਂ ਤੇ ਰਣਬੀਰ ਨੇ ਮੂੰਹ ਦੂਜੇ ਪਾਸੇ ਕਰ ਲਿਆ। ਮੋਹਣੀ ਨੇ ਫਿਰ ਅੱਖਾਂ ਮੀਚ ਲਈਆਂ, ਪਰ ਉਸਦੇ ਬੁੱਲ੍ਹਾਂ ਵਿੱਚੋਂ ਇੱਕ ਹੌਕਾ ਨਿਕਲ ਕੇ ਸਾਰੀ ਫਿਜ਼ਾ ਵਿੱਚ ਖਿੰਡ ਗਿਆ ਤੇ ਰਣਬੀਰ ਦੇ ਦਿਲ ਨੂੰ ਛੂੰਹਦਾ ਹੋਇਆ ਲੰਘ ਗਿਆ। ਉਹ ਝੁੰਝਲਾ ਕੇ ਅੱਗੇ ਵਧਿਆ ਤੇ ਸੁੱਤੀ ਮੋਹਣੀ ਦੇ ਉੱਤੇ ਝੁਕਿਆ, ਪਰ ਇਸ ਤੋਂ ਪਹਿਲਾਂ ਕਿ ਉਸਦੇ ਬੁੱਲ ਮੋਹਣੀ ਨੂੰ ਛੂੰਹਦੇ ਇੱਕ ਕਾੜ ਕਰਦੀ ਚਪੇੜ ਉਸਦੇ ਮੂੰਹ ਤੇ ਆ ਵੱਜੀ। ਉਸਨੇ ਸੁਣਿਆ ਕਿ ਕੋਈ ਕਹਿ ਰਿਹਾ ਸੀ, ਹਟ ਬਦਮਾਸ਼, ਸੁੱਤੀ ਔਰਤ ਵੱਲ। ਅਗਲੇ ਲਫ਼ਜ਼ ਭੀੜ ਦੇ ਰੌਲੇ ਵਿੱਚ ਖੋ ਗਏ, ਕਿਉਂਕਿ ਗੱਡੀ ਕਿਸੇ ਸਟੇਸ਼ਨ ਤੇ ਖੜ ਚੁੱਕੀ ਸੀ। ਇਸ ਤੋਂ ਪਹਿਲਾਂ ਕਿ ਮੋਹਣੀ ਉੱਠਦੀ ਤੇ ਕੁਝ ਦੇਖਦੀ ਜਾਂ ਪਹਿਚਾਣਦੀ, ਰਣਬੀਰ ਦੂਜੇ ਪਾਸੇ ਮੂੰਹ ਕਰਕੇ ਛੇਤੀ ਨਾਲ ਗੱਡੀ ਵਿੱਚੋਂ ਉਤਰ ਕੇ ਭੀੜ ਵਿੱਚ ਖੋ ਗਿਆ। You are listening Australia's number one Radio Hanji.